students, I heartily welcome you all in the new class. In this lecture, I am just giving you the view and introduction about the subject economics. Let's start with the first chapter, economics and introduction. But economics ਪੰਜਾਬੀ ਵਿੱਚ ਆਪਾਂ ਕੀ ਕਹਾਂਗੇ अर्थ शास्त्र एक जान पहचान इकोनॉमिक्स ਨੂੰ ਪੰਜਾਬੀ ਚ ਆਪਾਂ ਕਹਿੰਦੇ अर्थ शास्त्र। ਤਾਂ ਬੇਟੇ ਸਭ ਤੋਂ ਪਹਿਲੀ ਗੱਲ ਹੈ ਤੁਹਾਨੂੰ ਜਿਹੜੀ ਮੈਂ ਮੇਨ ਜਦੋਂ ਤੁਸੀਂ ਸਕੂਲਿੰਗ ਤੁਹਾਡੀ ਸਟਾਰਟ ਹੁੰਦੀ ਹੈ ਤੁਸੀਂ ਸਾਰੇ ਸਬਜੈਕਟ ਸ਼ੁਰੂ ਕਰਦੇ ਹੋ ਇੰਗਲਿਸ਼ ਹਿੰਦੀ ਪੰਜਾਬੀ ਮੈਥ ਸਾਇੰਸ ਐਸਐਸਟੀ सब कुछ पढ़ते हो लेकिन एक इकोनॉमिक्स ऐसा सब्जेक्ट है ਜਿਹੜਾ ਕਿ ਤੁਸੀਂ ਸ਼ੁਰੂ ਤੋਂ ਲੈ ਕੇ ਨਹੀਂ ਪੜ੍ਹਦੇ ਸਿਰਫ 9th 10th ਵਿੱਚ ਤੁਹਾਨੂੰ ਐਸਐਸਟੀ ਦੇ ਵਿੱਚ ਥੋੜਾ ਜਿਹਾ ਬੇਸਿਕ ਜੀ ਇਕਨੋਮਿਕਸ ਜਿਹੜੀ ਹੈ ਉਹ ਪੜ੍ਹਾਈ ਜਾਂਦੀ ਹੈ ਜਿਹਦੇ ਵਿੱਚ ਕਿ ਉਸ ਟਾਈਮ ਤੇ ਨਾ ਤਾਂ ਤੁਹਾਡਾ ਬਹੁਤ ਜ਼ਿਆਦਾ ਇੰਟਰਸਟ ਬਣਦਾ ਔਰ ਨਾ ਹੀ ਜ਼ਿਆਦਾਤਰ ਤੁਸੀਂ ਤੁਹਾਡੇ ਜਿਹੜੇ ਕਨਸੈਪਟਸ ਹੈ ਉਹ ਜ਼ਿਆਦਾਤਰ ਕਲੀਅਰ ਹੋ ਪਾਉਂਦੇ ਆ ਤਾਂ ਇਸ ਕਰਕੇ ਬੇਟਾ ਮੈਂ ਜਦੋਂ ਵੀ ਬੱਚੇ +1 ਚ ਆਉਂਦੇ ਆ ਇਕਨੋਮਿਕਸ ਪੜ੍ਹਨ ਲਈ ਤਾਂ ਮੈਂ ਇਹੀ ਮੰਨ ਕੇ ਚੱਲਦੀ ਹਾਂ ਕਿ ਬੱਚੇ ਨੂੰ ਮਤਲਬ ਜਿਹੜਾ ਇਕਨੋਮਿਕਸ ਸਬਜੈਕਟ ਹੈ ਬੱਚੇ ਲਈ ਇੱਕ ਬਿਲਕੁਲ ਐਂਟਾਇਰਲੀ ਨਿਊ ਸਬਜੈਕਟ ਤਾਂ ਇਸ ਕਰਕੇ ਇਕਨੋਮਿਕਸ ਬਾਰੇ ਜਦੋਂ ਤੁਸੀਂ ਇਕਨੋਮਿਕਸ ਦੇ ਸਟੂਡੈਂਟਸ ਹੋ +1 ਚ ਸਟਾਰਟ ਕੀਤੀ ਹੈ ਤਾਂ ਤੁਹਾਨੂੰ ਇਕਨੋਮਿਕਸ ਦਾ ਅਸਲ 'ਚ ਕੀ ਮੀਨਿੰਗ ਹੈ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਇਕਨੋਮਿਕਸ ਰੱਖੀ ਹੈ ਕੋਈ ਵੀ ਤੁਹਾਨੂੰ ਪੁੱਛ ਸਕਦਾ ਵੀ ਬੇਟਾ ਇਕਨੋਮਿਕਸ ਕੀ ਹੁੰਦੀ ਹੈ ਲੇਮੈਨ ਲੈਂਗੁਏਜ ਵੈਸੇ ਹੀ ਤੁਸੀਂ ਦੱਸਣਾ ਤਾਂ ਉਸ ਟਾਈਮ ਤੁਹਾਡਾ ਕੀ ਜਵਾਬ ਹੋਏਗਾ। ਤਾਂ ਮੇਰੇ ਖਿਆਲ ਨਾਲ ਬੇਟੇ ਸਭ ਤੋਂ ਪਹਿਲਾਂ ਆਪਾਂ ਉਹ ਸਾਰੀਆਂ ਗੱਲਾਂ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਇਕਨੋਮਿਕਸ ਦੀ ਸ਼ੁਰੂਆਤ ਕਿਵੇਂ ਹੋਈ ਤੇ ਕਿਸ ਤਰ੍ਹਾਂ ਹੌਲੀ ਹੌਲੀ ਇੱਕ ਦਿਨ 'ਚ ਕੋਈ ਡੈਫੀਨੇਸ਼ਨ ਜਾਂ ਅਰਥ ਨਹੀਂ ਬਣ ਜਾਂਦਾ ਬੇਟਾ ਕੋਈ ਵੀ ਸਬਜੈਕਟ ਹੈ ਉਹ ਹੌਲੀ ਹੌਲੀ ਬੜਾ ਆਪਣੇ ਆਪ 'ਚ ਵਾਸਟ ਹੁੰਦਾ ਹੌਲੀ ਹੌਲੀ ਡੈਫੀਨੇਸ਼ਨ ਉਹਦੇ ਮੀਨਿੰਗ ਜਿਹੜੇ ਹੈ ਗਰੋ ਕਰਦੇ ਆ ਪਰਿਭਾਸ਼ਾ ਬਦਲਦੀ ਰਹਿੰਦੀ ਹੈ ਤੇ ਅਖੀਰ ਵਿੱਚ ਇੱਕ ਜਿਹੜੀ ਵਾਈਡਲੀ ਐਕਸੈਪਟੇਬਲ ਡੈਫੀਨੇਸ਼ਨ ਹੁੰਦੀ ਹੈ ਉਹਨੂੰ ਐਕਸੈਪਟ ਕਰ ਲਿਆ ਜਾਂਦਾ। ਤਾਂ ਸਭ ਤੋਂ ਪਹਿਲਾਂ ਬੇਟਾ ਦੇਖੋ ਮੈਂ ਲਿਖਿਆ ਹੋਇਆ ਬੋਰਡ 'ਤੇ ਥੋੜਾ ਟਾਈਟ ਲਿਖਿਆ ਹੋਇਆ ਮੈਂ ਇਹਦੀ ਪਿਕ ਤੁਹਾਨੂੰ ਭੇਜ ਦਾਂਗੀ ਕਿਉਂਕਿ ਬੋਰਡ ਮੇਰੇ ਕੋਲ ਛੋਟਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਕੌਟਲਿਆ। ਕੌਟਲਿਆ ਨਾਮ ਨਹੀਂ ਤੁਸੀਂ ਸੁਣਿਆ ਲੇਕਿਨ ਦੇਖੋ ਪੰਜਾਬੀ 'ਚ ਲਿਖਿਆ ਚਾਣਕਿਆ। ਚਾਣਕਿਆ ਨਾਮ ਤੋਂ ਤੁਸੀਂ ਸਾਰੇ ਵਾਕਫ ਹੋ। ਚੰਦਰਗੁਪਤ ਮੌਰਿਆ ਸੀਰੀਅਲ ਜਿਹੜਾ ਹੈ ਸਾਰੇ ਬੱਚੇ ਤੁਸੀਂ ਦੇਖਦੇ ਹੋ ਔਰ ਬੜੇ ਸ਼ੌਕ ਨਾਲ ਤਾਂ ਉਹਦੇ ਵਿੱਚ ਜਿਹੜੇ ਚੰਦਰਗੁਪਤ ਮੌਰਿਆ ਦੇ ਗੁਰੂ ਸੀ ਉਹ ਸੀ ਚਾਣਕਿਆ ਜਾਂ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਕੌਟਲਿਆ। ਤਾਂ ਬੇਟਾ ਸਭ ਤੋਂ ਪਹਿਲਾਂ ਜਿਹੜਾ ਅਰਥ ਸ਼ਾਸਤਰ ਵਰਡ ਦੀ ਸ਼ੁਰੂਆਤ ਜਿਹੜੀ ਹੋਈ ਸੀ ਉਹ ਇਹਨਾਂ ਵੱਲੋਂ ਹੋਈ ਸੀ। ਉਹਨਾਂ ਨੇ ਬੁੱਕ ਲਿਖੀ ਸੀ ਅਰਥ ਸ਼ਾਸਤਰ। ਅਰਥ ਸ਼ਾਸਤਰ ਉਹਨਾਂ ਨੇ ਬੁੱਕ ਲਿਖੀ ਸੀ। ਇਸ ਬੁੱਕ ਦੇ ਵਿੱਚ ਬੇਟਾ ਉਸ ਟਾਈਮ ਕੀ ਹੁੰਦਾ ਸੀ ਰਾਜੇ ਮਹਾਰਾਜਿਆਂ ਦਾ ਟਾਈਮ ਸੀ ਦਰਬਾਰ ਲੱਗਿਆ ਹੁੰਦਾ ਸੀ ਕੋਈ ਅਲੱਗ-ਅਲੱਗ ਮੰਤਰੀ ਜਿਹੜੇ ਸੀ ਆਪਣੇ ਆਪਣੇ ਮੈਟਰ ਡਿਸਕਸ ਕਰਦੇ ਸੀ ਉੱਥੇ ਹੀ ਡਿਸੀਜਨ ਹੋ ਜਾਂਦਾ ਸੀ। ਤਾਂ ਇਸ ਬੁੱਕ ਦੇ ਵਿੱਚ ਅਰਥ ਸ਼ਾਸਤਰ ਜਾਂ ਇਕਨੋਮਿਕਸ ਦੀ ਡਿਸਕਸ਼ਨ ਤੋਂ ਜ਼ਿਆਦਾ ਰਾਜਨੀਤੀ ਬਾਰੇ ਡਿਸਕਸ਼ਨ। ਇਹਦਾ ਨਾਮ ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਸਭ ਤੋਂ ਪਹਿਲੀ ਬੁੱਕ ਇਹਨਾਂ ਨੇ ਅਰਥ ਸ਼ਾਸਤਰ ਚਾਣਕਿਆ ਜੀ ਨੇ ਲਿਖੀ ਸੀ ਕੌਟਲਿਆ ਨੇ ਲਿਖੀ ਸੀ। ਉਸ ਤੋਂ ਬਾਅਦ ਬੇਟੇ ਮਾਡਰਨ ਜਿਹੜੀ ਇਕਨੋਮਿਕਸ ਜਿਹੜੀ ਕਿ ਹੁਣ ਆਪਾਂ ਪੜ੍ਹਦੇ ਹਾਂ ਉਹ ਕਿਹਨੇ ਸ਼ੁਰੂ ਕੀਤੀ ਇਕਨੋਮਿਸਟ ਐਡਮ ਸਮਿਥ। ਇਹਨੂੰ ਆਪਾਂ ਕਹਿੰਦੇ ਆ ਫਾਦਰ ਆਫ ਮਾਡਰਨ ਇਕਨੋਮਿਕਸ ਆਧੁਨਿਕ ਅਰਥ ਸ਼ਾਸਤਰ ਦੇ ਪਿਤਾ ਕੌਣ ਹੈ ਐਡਮ ਸਮਿਥ। ਸਭ ਤੋਂ ਪਹਿਲੀ ਜਿਹੜੀ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਸੀ ਬੇਟਾ 1776 ਈਸਵੀ ਦੇ ਵਿੱਚ ਇਹਨਾਂ ਦੀ ਬੁੱਕ ਆਈ ਸੀ ਐਨ ਇਨਕੁਆਇਰੀ ਇਨਟੂ ਦ ਨੇਚਰ ਐਂਡ ਕਾਜ਼ਸ ਆਫ ਵੈਲਥ ਆਫ ਨੇਸ਼ਨਸ। ਦੇਖੋ ਮੈਂ ਬੁੱਕ ਦਾ ਨਾਮ ਲਿਖਿਆ ਹੋਇਆ ਐਨ ਇਨਕੁਆਇਰੀ ਇਨਟੂ ਦ ਨੇਚਰ ਐਂਡ ਕਾਜ਼ਸ ਆਫ ਵੈਲਥ ਆਫ ਨੇਸ਼ਨਸ। ਇਸ ਬੁੱਕ ਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਇਕਨੋਮਿਕਸ ਕੀ ਹੈ। ਇਕਨੋਮਿਕਸ ਹੈ ਜਿਹਦੇ ਵਿੱਚ ਆਪਾਂ ਧਨ ਸੰਬੰਧੀ ਵੈਲਥ ਦਾ ਮਤਲਬ ਹੁੰਦਾ ਧਨ ਜਿਹਦੇ ਵਿੱਚ ਆਪਾਂ ਧਨ ਸੰਬੰਧੀ ਕਿਰਿਆਵਾਂ ਦਾ ਅਧਿਐਨ ਕਰਦੇ ਹਾਂ। ਧਨ ਸੰਬੰਧੀ ਕਿਰਿਆਵਾਂ ਕਿਹੜੀਆਂ ਉਹਨੂੰ ਕਿਵੇਂ ਕਮਾਇਆ ਜਾਂਦਾ ਉਹਦੀ ਪ੍ਰਕਿਰਤੀ ਕੀ ਹੈ ਕਿਸ ਫਾਰਮ ਦੇ ਵਿੱਚ ਹੈ ਉਹਨੂੰ ਕਿਸ ਤਰ੍ਹਾਂ ਖਰਚ ਕੀਤਾ ਜਾਂਦਾ। ਤਾਂ ਇਹ ਜਿਹੜੀ ਸਾਰੀ ਡੈਫੀਨੇਸ਼ਨ ਸੀ ਉਸ ਟਾਈਮ ਤੇ ਵਾਈਡਲੀ ਐਕਸੈਪਟ ਕੀਤੀ ਗਈ ਡੈਫੀਨੇਸ਼ਨ। ਕੀ ਬਣ ਗਈ ਇਕਨੋਮਿਕਸ ਕੀ ਹੈ ਜਿਹੜੇ ਦੇਸ਼ ਹੈ ਉਹਨਾਂ ਦੇ ਧਨ ਦੀ ਪ੍ਰਕਿਰਤੀ ਤੇ ਕਾਰਨਾਂ ਦੀ ਖੋਜ। ਲੇਕਿਨ ਇਹਦੇ ਵਿੱਚ ਦੇਖੋ ਧਨ ਸੰਬੰਧੀ ਡੈਫੀਨੇਸ਼ਨ ਦੇ ਵਿੱਚ ਵੈਲਥ ਡੈਫੀਨੇਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਇਕਨੋਮਿਸਟ ਸੀ ਉਹਨਾਂ ਨੇ ਹੌਲੀ ਹੌਲੀ ਥੋੜੀ ਦੇਰ ਤਾਂ ਇਹਨੂੰ ਐਕਸੈਪਟ ਕੀਤਾ ਗਿਆ ਲੇਕਿਨ ਜਿਵੇਂ ਜਿਵੇਂ ਗਰੋ ਹੁੰਦਾ ਗਿਆ ਤਾਂ ਉਸ ਟਾਈਮ ਇਹ ਮਹਿਸੂਸ ਕੀਤਾ ਗਿਆ ਤਾਂ ਇਸ ਡੈਫੀਨੇਸ਼ਨ ਵਿੱਚ ਵੈਲਥ ਨੂੰ ਧਨ ਨੂੰ ਜ਼ਿਆਦਾ ਸਟ੍ਰੈਸ ਦਿੱਤਾ ਗਿਆ ਹਿਊਮਨ ਨੂੰ ਸਟ੍ਰੈਸ ਨਹੀਂ ਦਿੱਤਾ। ਹਿਊਮਨ ਦੇ ਉੱਪਰ ਸਟ੍ਰੈਸ ਨਹੀਂ ਕਿਉਂਕਿ ਆਪਾਂ ਤੁਸੀਂ ਆਪ ਘਰ ਵਿੱਚ ਆਮ ਸੁਣਿਆ ਹੋਵੇਗਾ ਪੈਸਾ ਹਿਊਮਨ ਦੇ ਲਈ ਹੈ ਹਿਊਮਨ ਪੈਸੇ ਦੇ ਲਈ ਨਹੀਂ ਹੈ। ਇਸ ਕਨਸੈਪਟ ਦੇ ਕਾਰਨ ਮੇਨ ਜਿਹੜੀ ਹੈ ਇਸੇ ਕਰਕੇ ਇਸ ਡੈਫੀਨੇਸ਼ਨ ਨੂੰ ਨਕਾਰ ਦਿੱਤਾ ਗਿਆ ਵੀ ਇਹ ਡੈਫੀਨੇਸ਼ਨ ਸਹੀ ਨਹੀਂ। ਤਾਂ ਉਸ ਤੋਂ ਬਾਅਦ
1890 ਦੇ ਵਿੱਚ ਇਕਨੋਮਿਸਟ ਆਪਣੇ ਬਹੁਤ ਵਧੀਆ, ਜਿਨ੍ਹਾਂ ਨੇ ਇਕਨੋਮਿਕਸ ਦੇ ਵਿੱਚ ਬਹੁਤ ਸਾਰੀ ਵੱਡੀ ਦੇਣ ਹੈ ਉਹਨਾਂ ਦੀ, ਮਾਰਸ਼ਲ, ਉਹਨਾਂ ਨੇ ਡੈਫੀਨੇਸ਼ਨ ਦਿੱਤੀ, ਮਟੀਰੀਅਲ ਵੈਲਫੇਅਰ ਡੈਫੀਨੇਸ਼ਨ, ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ। ਸ਼ਬਦ ਤੋਂ ਸਮਝੋ ਤੁਸੀਂ ਭੌਤਿਕ ਕੀ ਹੁੰਦਾ ਹੈ। ਭੌਤਿਕ ਵਿਗਿਆਨ ਤੁਸੀਂ ਸਾਇੰਸ ਦੇ ਵਿੱਚ ਪੜ੍ਹ ਕੇ ਆਏ ਹੋ ਟੈਂਥ ਵਿੱਚ। ਭੌਤਿਕ ਵਿਗਿਆਨ ਆਪਾਂ ਨੂੰ ਭੌਤਿਕ ਚੀਜ਼ ਕਿਹੜੀ ਹੁੰਦੀ ਹੈ, ਉਹ ਚੀਜ਼ ਜਿਹੜੀ ਕਿ ਜਿਹਨੂੰ ਕਿ ਆਪਾਂ ਦੇਖ ਸਕਦੇ ਹਾਂ, ਜਿਹੜੀ ਥਾਂ ਘੇਰਦੀ ਹੈ ਔਰ ਜਿਹਦਾ ਵੇਟ ਹੁੰਦਾ, ਠੀਕ ਹੈ। ਤਾਂ ਉਹਨਾਂ ਨੇ ਕੀ ਕਿਹਾ, ਭੌਤਿਕ ਕਲਿਆਣ, ਵੀ ਉਹ ਚੀਜ਼ਾਂ ਦੀ ਖੋਜ, ਉਹ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਜਿਹਦੇ ਨਾਲ ਕਿ ਸਾਡਾ ਭੌਤਿਕ ਕਲਿਆਣ ਹੁੰਦਾ, ਜਿਹਦੇ ਨਾਲ ਕਿ ਅਸੀਂ ਸੰਤੁਸ਼ਟ ਹੁੰਦੇ ਹਾਂ। ਉਹ ਜਿਹੜੀ ਪਰਿਭਾਸ਼ਾ ਹੈ ਉਹਨਾਂ ਨੇ ਦਿੱਤੀ 1890 ਵਿੱਚ। ਉਹਨਾਂ ਨੇ ਕਿਤਾਬ ਲਿਖੀ ਪ੍ਰਿੰਸੀਪਲਸ ਆਫ ਇਕਨੋਮਿਕਸ। ਉਹਨਾਂ ਨੇ ਸ਼ੁਰੂ ਇੱਥੋਂ ਕੀਤਾ, ਇਕਨੋਮਿਕਸ ਇਜ਼ ਅ ਸਟੱਡੀ ਆਫ ਮੈਨਕਾਈਂਡ। ਇਕਨੋਮਿਕਸ ਕਿਹੜੀ ਸਟੱਡੀ ਹੈ, ਮਨੁੱਖੀ ਵਿਵਹਾਰ ਦਾ, ਮਨੁੱਖ ਦਾ ਅਧਿਐਨ ਹੈ, ਇਨ ਦਾ ਆਰਡੀਨਰੀ ਬਿਜ਼ਨਸ ਆਫ ਲਾਈਫ। ਭੌਤਿਕ ਪਦਾਰਥਾਂ ਦੀ ਪ੍ਰਾਪਤੀ ਤੇ ਉਹਦੀ ਵਰਤੋਂ ਦੇ ਲਈ ਮਨੁੱਖੀ ਵਿਵਹਾਰ ਦਾ ਅਧਿਐਨ ਜਿਹੜਾ ਹੈ ਉਹ ਕੀ ਹੈ, ਇਕਨੋਮਿਕਸ। ਭੌਤਿਕ ਕਲਿਆਣ, ਜਿਹਦੇ ਵਿੱਚ ਮਨੁੱਖ ਦਾ ਭੌਤਿਕ ਕਲਿਆਣ ਛੁਪਿਆ ਹੁੰਦਾ, ਉਹਨੂੰ ਉਸ ਕਲਿਆਣ ਨੂੰ ਲੈ ਕੇ ਮਨੁੱਖ ਜਿਹੜੀਆਂ ਕਿਰਿਆਵਾਂ ਕਰਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ, ਇਕਨੋਮਿਕਸ। ਕਾਫੀ ਫਿਰ ਇਹਨੂੰ ਐਕਸੈਪਟ ਕੀਤਾ ਗਿਆ, ਬੜੀ ਅੱਛੀ ਡੈਫੀਨੇਸ਼ਨ ਮੰਨੀ ਗਈ। ਲੇਕਿਨ ਹੌਲੀ ਹੌਲੀ ਆਪਾਂ ਨੂੰ ਪਤਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਜਿਵੇਂ ਜਿਵੇਂ ਸਬਜੈਕਟ ਗਰੋ ਹੁੰਦਾ ਹੈ, ਟਾਈਮ ਅੱਗੇ ਅੱਗੇ ਜਾਂਦਾ ਹੈ, ਤਾਂ ਲੋਕਾਂ ਦੇ ਵਿੱਚ ਨਵੇਂ ਥਾਟਸ ਆਉਣੇ ਸ਼ੁਰੂ ਹੋ ਜਾਂਦੇ। ਤਾਂ ਲੋਕਾਂ ਨੇ ਹੌਲੀ ਹੌਲੀ ਇਸ ਨੂੰ ਵੀ, ਕੁਝ ਇਕਨੋਮਿਸਟ ਨੇ ਇਹਨੂੰ ਵੀ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕੀਤਾ, ਕਿਉਂਕਿ ਉਹਨਾਂ ਨੇ ਕਿਹਾ ਵੀ ਸਿਰਫ ਭੌਤਿਕ ਕਲਿਆਣ ਨਹੀਂ ਹੈ, ਸਿਰਫ ਉਹਨਾਂ ਚੀਜ਼ਾਂ ਦਾ ਆਪਾਂ ਨੂੰ ਸੁੱਖ ਨਹੀਂ ਹੁੰਦਾ ਜਿਹੜੀਆਂ ਦਿਖਦੀਆਂ, ਬਹੁਤ ਸਾਰੀਆਂ ਐਸੀਆਂ ਵੀ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਦਿਸਦੀਆਂ ਹੀ ਨਹੀਂ ਹੈ। ਜਿਸ ਤਰ੍ਹਾਂ ਸਰਵਿਸਿਜ਼ ਹੈ, ਆਪਾਂ ਇੱਕ ਚੀਜ਼ ਹੈ, ਆਪਾਂ ਏਸੀ ਪੱਖਾ ਆਪਾਂ ਨੂੰ ਦਿਸ ਰਿਹਾ, ਆਪਾਂ ਨੂੰ ਹਵਾ ਆ ਰਹੀ ਹੈ, ਆਪਾਂ ਨੂੰ ਸੁੱਖ ਪ੍ਰਾਪਤ ਹੋ ਰਿਹਾ, ਠੀਕ ਹੈ। ਲੇਕਿਨ ਕੁਝ ਸਰਵਿਸਿਜ਼ ਹੁੰਦੀਆਂ, ਜਿਸ ਤਰ੍ਹਾਂ ਆਪਾਂ ਕਿਤੇ ਜਾ ਰਹੇ ਹਾਂ ਤਾਂ ਆਪਾਂ ਬੱਸ, ਪਬਲਿਕ ਟਰਾਂਸਪੋਰਟ ਹੈ, ਬੱਸ ਦੀ ਸਰਵਿਸ ਆਪਾਂ ਲੈ ਲਈ, ਬੱਸ ਦੀ ਸੇਵਾ ਲੈ ਕੇ ਆਪਾਂ ਦੂਜੀ ਜਗ੍ਹਾ ਤੇ ਪਹੁੰਚੀਏ, ਤਾਂ ਉਹ ਜਿਹੜੀ ਸੇਵਾ ਉਹ ਭੌਤਿਕ ਨਹੀਂ ਹੈ, ਦਿਖ ਨਹੀਂ ਰਹੀ ਸਾਨੂੰ, ਲੇਕਿਨ ਅਸੀਂ ਮਹਿਸੂਸ ਕਰ ਰਹੇ ਸਾਡਾ ਕਲਿਆਣ ਹੋਇਆ। ਤਾਂ ਇਸ ਕਰਕੇ ਇਸ ਡੈਫੀਨੇਸ਼ਨ ਨੂੰ ਨਕਾਰ ਦਿੱਤਾ ਗਿਆ। ਤਾਂ ਜਿਹੜੇ ਇਕਨੋਮਿਸਟ, ਇੱਕ ਹੋਰ ਇਕਨੋਮਿਸਟ ਹੋਇਆ, ਵੈਸੇ ਤਾਂ ਬੇਟੇ ਇਹਨਾਂ ਦੇ ਨਾਲ ਦੇ ਕਾਫੀ ਇਕਨੋਮਿਸਟ ਆ, ਤੁਹਾਡੀ ਬੁੱਕ 'ਚ ਲਿਖੇ ਹੋਏ ਆ, ਮੈਂ ਮੇਨ ਤੁਹਾਨੂੰ ਦੱਸ ਰਿਹਾ, ਸਿਰਫ ਇੱਕ ਵਿਊ ਦੇ ਰਹੀ ਹਾਂ ਅੱਜ, ਤਾਂ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਮੇਨ ਨਾਮ। ਤਾਂ ਤੀਸਰੀ ਹੈ ਰੋਬਿਨਸ ਹੋਏ ਆ, ਉਹਨਾਂ ਨੇ 1932 ਵਿੱਚ ਆਪਣੀ ਕਿਤਾਬ ਲਿਖੀ। ਤਾਂ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਦੁਰਲਭਤਾ ਸੰਬੰਧੀ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ ਸਕੇਰਸਿਟੀ ਡੈਫੀਨੇਸ਼ਨ, ਪੰਜਾਬੀ 'ਚ ਕਹਿੰਦੇ ਦੁਰਲਭਤਾ ਸੰਬੰਧੀ। ਮੀਨਿੰਗ ਤੋਂ ਹੀ, ਵਰਡ ਤੋਂ ਹੀ ਬੇਟੇ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ, ਵਰਡ ਨੂੰ ਯਾਦ ਰੱਖੋ। ਦੁਰਲਭ, ਦੁਰਲਭ ਮਤਲਬ ਕਠਿਨ, ਔਖਾ। ਤਾਂ ਉਹਨਾਂ ਨੇ ਕੀ ਕੀਤੀ, ਦੁਰਲਭਤਾ ਸੰਬੰਧੀ ਪਰਿਭਾਸ਼ਾ ਦਿੱਤੀ। ਇਹਦੇ ਵਿੱਚ ਉਹਨਾਂ ਨੇ ਕੀ ਕਿਹਾ, ਸੀਮਿਤ, ਤਿੰਨ ਚੀਜ਼ਾਂ ਉਹਨਾਂ ਨੇ ਲਿਖੀਆਂ, ਸੀਮਿਤ ਸਾਧਨ, ਅਸੀਮਿਤ ਇੱਛਾਵਾਂ, ਵਿਕਲਪਿਕ ਪ੍ਰਯੋਗ। ਆਪਣੀ ਮਨੁੱਖ ਹੈ, ਆਪਣੀਆਂ ਇੱਛਾਵਾਂ ਬਹੁਤ ਹੈ, ਇੱਕ ਇੱਛਾ ਪੂਰੀ ਹੁੰਦੀ ਹੈ, ਦੂਸਰੀ ਪੂਰੀ ਹੁੰਦੀ ਹੈ, ਤੀਸਰੀ, ਮਤਲਬ ਇੱਛਾਵਾਂ ਦਾ ਕੋਈ ਅੰਤ ਨਹੀਂ ਹੈ। ਕਿਹਾ ਵੀ ਜਾਂਦਾ ਹੈ ਵੀ ਮਨੁੱਖ ਦਾ ਅੰਤ ਹੋ ਜਾਂਦਾ, ਲੇਕਿਨ ਇੱਛਾਵਾਂ ਦਾ ਅੰਤ ਨਹੀਂ। ਮਤਲਬ ਇੱਛਾਵਾਂ ਕੀ ਹੋ ਗਿਆ, ਅਸੀਮਿਤ। ਲੇਕਿਨ ਉਹਨਾਂ ਇੱਛਾਵਾਂ ਨੂੰ ਪੂਰੇ ਕਰਨ ਦੇ ਜਿਹੜੇ ਸਾਧਨ ਹੈ ਆਪਣੇ ਕੋਲ, ਉਹ ਕੀ ਹਮੇਸ਼ਾ ਸੀਮਿਤ ਹੁੰਦੇ। ਇਹ ਨਹੀਂ ਹੈ ਵੀ ਆਪਾਂ ਜਿਹੜੀ ਇੱਛਾ ਕੀਤੀ ਉਹ ਪੂਰੀ ਹੋ ਗਈ, ਆਪਾਂ ਪੈਸੇ ਖਰਚ ਕੀਤੇ ਜਾਂ ਕਿਸੇ ਹੋਰ ਸੋਰਸ ਦੇ ਨਾਲ। ਤਾਂ ਇਹਦਾ ਮਤਲਬ ਕੀ ਹੈ, ਉਹਨਾਂ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਸਾਧਨ ਕੀ ਹੈ, ਸੀਮਿਤ। ਵੈਕਲਪਿਕ ਪ੍ਰਯੋਗ ਕੀ ਹੈ, ਵੀ ਜਿਹੜੇ ਆਪਣੇ ਕੋਲ ਸਾਧਨ ਅਵੇਲੇਬਲ ਹੈ, ਉਪਲਬਧ ਹੈ, ਉਹਨਾਂ ਦੇ ਵੈਕਲਪਿਕ, ਉਹਨਾਂ ਨੂੰ ਆਪਾਂ ਇੱਕ ਤੋਂ ਬਾਅਦ ਦੂਜੇ, ਦੂਜੇ ਤੋਂ ਬਾਅਦ ਤੀਜੇ 'ਚ ਯੂਜ਼ ਕਰ ਸਕਦੇ। ਇੱਕ ਐਗਜ਼ਾਮਪਲ ਦਿੰਦੀ ਹਾਂ ਤੁਹਾਨੂੰ ਵੈਕਲਪਿਕ ਪ੍ਰਯੋਗ ਦਾ ਮੀਨਿੰਗ ਸਮਝਾਉਣ ਲਈ। ਸਪੋਜ਼ ਤੁਸੀਂ 100 ਰੁਪਏ ਸਕੂਲ ਦੀ ਫੀਸ ਭਰਨੀ ਹੈ, 100 ਰੁਪਏ ਦੀ ਤੁਹਾਡੀ ਯੂਨੀਫਾਰਮ ਹੈ, 100 ਰੁਪਏ ਦੀਆਂ ਤੁਹਾਡੀਆਂ ਬੁੱਕਸ ਆ। ਤਾਂ ਹੁਣ ਤੁਹਾਡੇ ਕੋਲ 100 ਦਾ ਨੋਟ ਹੈ, ਤਾਂ ਤੁਸੀਂ 100 ਦੇ ਨੋਟ ਨਾਲ ਕੀ ਕਰ ਸਕਦੇ ਹੋ, ਸਕੂਲ ਦੀ ਫੀਸ ਵੀ ਭਰ ਸਕਦੇ ਹੋ। ਉਹ ਦੋਨੋਂ ਕੰਮ ਹਲੇ ਛੱਡ ਦੋਗੇ ਵੀ ਪਹਿਲਾਂ ਸਕੂਲ ਦੀ ਫੀਸ ਭਰੀਏ, ਠੀਕ ਹੈ। ਸਕੂਲ ਦੀ ਫੀਸ ਭਰੀ ਹੋਈ ਹੈ, ਅਗਲੀ ਵਾਰੀ ਜੇ ਤੁਹਾਡੇ ਕੋਲ 100 ਦਾ ਨੋਟ ਆ ਗਿਆ, ਤੁਸੀਂ ਉਹਦੇ ਨਾਲ ਆਪਣੀ ਯੂਨੀਫਾਰਮ ਵੀ ਲੈ ਸਕਦੇ ਹੋ। ਉਸ ਤੋਂ ਬਾਅਦ ਉਸ 100 ਦੇ ਨੋਟ ਨਾਲ ਤੁਸੀਂ ਕੀ ਕਰ ਸਕਦੇ ਹੋ, ਆਪਣੀਆਂ ਬੁੱਕਸ ਵੀ ਲੈ ਸਕਦੇ ਹੋ। ਮਤਲਬ 100 ਦਾ ਨੋਟ ਜਿਹੜਾ ਹੈ ਉਹਦੇ ਵਿਕਲਪਿਕ ਆਲਟਰਨੇਟਿਵ ਯੂਜ਼ਸ ਹੈ, ਉਹਨਾਂ ਨੂੰ ਆਪਾਂ ਸਾਧਨਾਂ ਨੂੰ ਆਪਣੀ ਪ੍ਰਾਇਰਟੀ ਬੇਸਿਸ ਤੇ, ਵੀ ਪਹਿਲੀ ਜਿਹੜੀ ਇੱਛਾ ਸਾਡੀ ਕਿਹੜੀ ਪੂਰੀ ਹੋਣੀ ਚਾਹੀਦੀ ਹੈ, ਜ਼ਰੂਰਤ ਸਾਡੀ ਕਿਹੜੀ ਹੈ, ਤਾਂ ਉਹਦੇ ਮੁਤਾਬਿਕ ਅਸੀਂ ਉਹਨੂੰ ਪ੍ਰਯੋਗ ਕਰਦੇ ਹਾਂ। ਤਾਂ ਇਸ ਕਰਕੇ ਰੋਬਿਨਸ ਨੇ ਕਿਹੜੀ ਪਰਿਭਾਸ਼ਾ ਦਿੱਤੀ, ਦੁਰਲਭਤਾ ਸੰਬੰਧੀ। ਕੀ ਦੁਰਲਭ ਹੈ, ਸਾਧਨ, ਸਾਧਨ ਦੁਰਲਭ ਹੈ, ਸਾਧਨ ਸੀਮਿਤ ਹੈ, ਮਨੁੱਖ ਦੀਆਂ ਇੱਛਾਵਾਂ ਅਸੀਮਿਤ ਹੈ, ਔਰ ਜਿਹੜੇ ਸਾਧਨ ਹੈ ਉਹਨਾਂ ਦੇ ਵਿਕਲਪਿਕ ਪ੍ਰਯੋਗ। ਇਸ ਨੂੰ ਕਾਫੀ ਜ਼ਿਆਦਾ ਮਾਨਤਾ ਇਸ ਡੈਫੀਨੇਸ਼ਨ ਨੂੰ ਵੀ ਟਾਈਮਲੀ ਦਿੱਤੀ ਗਈ ਵੀ ਬਿਲਕੁਲ ਵਾਕਈ। ਔਰ ਆਪਾਂ ਜਦੋਂ ਹੁਣ ਅੱਗੇ ਅੱਗੇ ਚੈਪਟਰਸ ਕਰਾਂਗੇ, ਜਿਹੜੀ ਕੇਂਦਰੀ ਆਪਣੀ ਪ੍ਰੋਬਲਮ ਹੈ, ਸਮੱਸਿਆ, ਉਹ ਸਾਰੀ ਕੀ ਹੈ, ਇਹਦੇ ਬੇਸ ਤੇ ਹੀ ਹੈ। ਲੇਕਿਨ ਹੌਲੀ ਹੌਲੀ ਬੇਟੇ ਕੀ ਕਨਸੈਪਟ ਬਣਿਆ, ਠੀਕ ਹੈ। 3 ਡੈਫੀਨੇਸ਼ਨਸ ਆਪਾਂ ਦੇਖ ਲਈ। ਪਹਿਲੀ ਡੈਫੀਨੇਸ਼ਨ ਐਡਮ ਸਮਿਥ ਦੀ
धन संबंधी वेल्थ डेफिनेशन, दूसरी है मटीरियल वेलफेयर भौतिक कल्याण संबंधी परिभाषा, तीसरी है स्केर्सिटी डेफिनेशन दुर्लभता संबंधी परिभाषा। लेकिन हौली हौली की होया कंसैप्ट होया वैलफेयर स्टेट का कंसैप्ट। केड़ा कंसैप्ट होया वैलफेयर स्टेट। वैलफेयर स्टेट का मतलब है हौली हौली ये मन्निया जान लग्या भी जिहड़ा राज है एक देश है सरकार है ਉਹਦੀ ਇਹ ड्यूटी बनती है अपने नागरिकों ਦੀਆਂ ਜ਼ਰੂਰਤਾਂ पूरीਆਂ करनियां और अपने धन ਨੂੰ अपने सोर्सेस ਨੂੰ इस तरह खर्च करना कि ਵੱਧ ਤੋਂ ਵੱਧ ਸਮਾਜਿਕ ਕਲਿਆਣ ਇੱਕ ਦੋ ਬੰਦਿਆਂ ਨੂੰ ਜਾਂ ਇੱਕ ਦੋ ਸਮੂਹਾਂ ਨੂੰ ਨਹੀਂ ਦੇਖਣਾ ਪੂਰੇ ਆਲ ਓਵਰ ਸੋਸਾਇਟੀ ਦਾ ਵੱਧ ਤੋਂ ਵੱਧ ਕਲਿਆਣ। ਤਾਂ ਇਹਦੇ ਵਿੱਚ ਜਿਹੜੀ ਹੈ ਚੌਥੀ ਪਰਿਭਾਸ਼ਾ ਜਿਹੜੀ ਕਿ ਹੁਣ ਐਕਸੈਪਟੇਬਲ ਹੈ ਜਿਹੜੀ ਕਿ ਇਹਨਾਂ ਸਾਰੀਆਂ ਪਰਿਭਾਸ਼ਾ ਤੋਂ ਮਿਲਾ ਕੇ ਬਣਾਈ ਗਈ ਹੈ ਉਹ ਦਿੱਤੀ ਆਪਾਂ ਨੂੰ ਵਿਕਾਸ ਕੇਂਦਰਿਤ ਪਰਿਭਾਸ਼ਾ ਜਾਂ ਗਰੋਥ ਓਰੀਐਂਟਡ ਡੈਫੀਨੇਸ਼ਨ ਸੈਮੂਅਲਸਨ ਤੇ ਇਹਨਾਂ ਦੇ ਸਾਥੀ। ਉਹਨਾਂ ਨੇ ਕੀ ਕਿਹਾ ਵੀ ਸਮਾਜ ਨੂੰ ਆਪਣੇ ਸਾਧਨਾਂ ਨੂੰ ਤੁਹਾਡੀ ਬੁੱਕ 'ਚ ਬੇਟੇ ਬੜੀ ਉਹਦੇ ਨਾਲ ਐਕਸਪਲੇਨ ਕੀਤਾ ਹੋਇਆ। ਮੈਂ ਤੁਹਾਨੂੰ ਤਾਂ ਹੀ ਲੈਕਚਰ ਦੇ ਸ਼ੁਰੂਆਤ 'ਚ ਕਿਹਾ ਮੈਂ ਸਿਰਫ ਇੱਕ ਵਿਊ ਦੇ ਰਹੀ ਹਾਂ ਤੁਹਾਨੂੰ ਤਾਂ ਕਿ ਤੁਹਾਨੂੰ ਇਹ ਪਤਾ ਚੱਲੇ ਤੁਸੀਂ ਇਕਨੋਮਿਕਸ ਪੜ੍ਹਨੀ ਸ਼ੁਰੂ ਕਰਤੀ ਵੀ ਇਕਨੋਮਿਕਸ ਹੈ ਕੀ। ਤਾਂ ਉਹਨਾਂ ਨੇ ਕੀ ਕਿਹਾ ਵੀ ਜਿਹੜਾ ਸਮਾਜ ਹੈ ਜਾਂ ਵਿਅਕਤੀ ਹੈ ਉਹਦੇ ਕੋਲ ਜੋ ਸੀਮਿਤ ਸਾਧਨ ਹੈ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਆਪਣੇ ਸਾਧਨਾਂ ਨੂੰ ਇਸ ਤਰ੍ਹਾਂ ਖਰਚ ਕਰੇ ਉਹਨਾਂ ਨੂੰ ਖਰਚ ਕਰੇ ਕਿ ਵੱਧ ਤੋਂ ਵੱਧ ਕਲਿਆਣ ਅਤੇ ਸਮਾਜ ਦਾ ਵਿਕਾਸ ਹੋ ਸਕੇ। ਸਪੋਜ਼ ਜਿਸ ਤਰ੍ਹਾਂ अपनी सरकार है हम विकासशील देश है अपना तो हम वो की कर रही है सड़क बना के दे रही है पानी की फैसिलिटी दे रही है इलैक्ट्रिसिटी की फैसिलिटी दे रही है। तो दसो क्या कोई प्राइवेट इंडिविजुअल अपन दे सकता है सब कुछ नहीं दे सकता। तो सरकार अपने साधनों इस तरह खर्च करती है उन्होंने लोगों से खर्च करती है जिथे सोसाइटी का वड्डा पार्ट कवर हो सके तो वध तो वध लोगों को संतुष्टि मिले और वध तो वध लोगों का कल्याण हो सके। जो लोग संतुष्ट है लोगों का कल्याण हो रहा तो बेटा देश अपने आप विकास करता है समाज अपने आप विकास करता। तो इस तरह यह है विकास केंद्रित परिभाषा जी कि हुण एक्सैप्टेबल है वैलफेयर स्टेट के कंसैप्ट है कि सरकार को अपने साधनों इस तरह खर्च करना चाहिए कि लोगों का वध तो वध मैक्सीमम सैटिस्फैक्शन हो मैक्सीमम वैलफेयर हो और ताकि देश का ग्रोथ समाज का विकास हो सके। मेरे ख्याल में बेटा बड़ी ईजीली तुम ये चीज़ समझ गए होंगे। तो मैं एक तुहानू चार्ट के नाल व्यू दे देनी हाँ तुहाडी किताब के भी यह बनया हुआ चार्ट मैं समझा दूँ तुहानू। हाँ इकनॉमिक्स अर्थशास्त्र की है साइंस ऑफ ह्यूमन बिहेवियर मनुखी व्यवहार का अध्ययन। ठीक है सब तो पहली गल केड़ी आ गई मनुख मनुख की है प्रभु जिन्ना भी सब कुछ है बेटा मनुख ने परमात्मा की कृपा नाल जिद्दां भी है मनुख ने उस तो प्रेरणा लैके बड़ा कुछ डिवेलप करा। तो इस करके मनुख सारिया चीज़ों के उपर की है मनुख ह्यूमन साइंस ऑफ ह्यूमन बिहेवियर इकनॉमिक्स की है मनुखी व्यवहार का अध्ययन या मनुखी व्यवहार का विज्ञान। तो ये है की स्टडी करते हैं मनुख का किहड़ा व्यवहार अध्ययन करते हैं जिहदे मनुख के साधन और मनुख दी इच्छावां का अध्ययन किया जाता है। वॉन्ट्स एंड मीन्स वॉन्ट्स या इच्छावां की असीमित जिवें कि आपां हुणे समझिया अनलिमिटेड असीमित। बेटा मैं पंजाबी तो इंग्लिश दोनों जिस करके लिखा क्योंकि अपने कुछ बच्चे इंग्लिश मीडियम भी हैं ताकि तुम सारे समझ सको। असीमित है अनलिमिटेड है मीनस है जो साधन है वो की है सीमित है इन्होंने पूरे करने के साधन की है सीमित है और इन्हों के वैकल्पिक प्रयोग है। वैकल्पिक प्रयोग तुहानूं मैं समझा चुकी ऑल्टरनेटिव यूजेस मतलब अपने साधनों को आप अलग अलग जगह पर खर्च कर सकते हैं अपनी प्रायोरिटी के बेसिस पर भी सानूं पहलां किहड़ी चीज़ चाहिए। ठीक है जी उस तो बाद फिर मनुख जिहड़ा है चोन करता है की चोन करता है चॉइस की करता है भी मैं पहला केड़ी जिहड़ी अपनी वॉन्ट है केड़ी इच्छा नूं पूरा करना है फिर उस इच्छा नूं पूरी करने लई साधना की चोन की जाती है भी किहड़े साधन मैं इस इच्छा नूं पूरी करने लई लगाऊं। उस तो बाद जो चॉइस के नाल अपने साधना नूं अपनी इच्छावां की पूर्ति लई खर्च करता है तो उन्होंने की प्राप्त होंदा है मैक्सीमम सैटिस्फैक्शन देश की ग्रोथ होंदी है और देश का कल्याण होंदा है। तो इस करके इन्हूं की कहते हैं अधिकतम संतुष्टि विकास और कल्याण की परिभाषा। मेरे ख्याल में तुम अंडरस्टैंड करे होंगे इकनॉमिक्स की है बेटा मनुखी व्यवहार सब तो पहला किहड़ी चीज़ है मनुखी व्यवहार मीनस। ठीक है मीनस अपने को लिमिटेड है साधन लिमिटेड है इच्छावां अपनियां अनलिमिटेड है। उस तो बाद की है उन्होंने इच्छावां नूं चुनिया जाता है प्रायोरिटी बेसिस पे भी पहला साडी किहड़ी इच्छा पूरी होनी चाहिए है। मान लो आप भुखे हैं आप कहने रोटी कपड़ा और मकान तीन इच्छावां बहुत जरूरी हैं तो इस करके पहला आप उन्होंने चॉइस करते हैं फिर अपने साधनों को उपर खर्च करते हैं लगाते हैं और वो जो आप इदा खर्च करते हैं आपको वध तो वध संतुष्टि प्राप्त होती है अपना वध तो वध कल्याण होता है और देश और समाज का विकास होता है। थैंक यू बेटा हैव अ नाइस डे।